ਵਾਹਿਗੁਰੂ 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 ਵਾਹਿਗੁਰੂ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸਮੇਂ ਅੰਦਰ ਸਿੱਖ ਪੰਥ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਦਾ ਆ ਰਿਹਾ ਹੈ। ਪਿਛਲੇ ਸਮੇਂ ਤੱਕ ਜਦੋਂ ਅਸੀਂ 18ਵੀਂ ਸਦੀ ਦੀ ਗੱਲ ਕਰਦੇ ਹਾਂ, ਇਹ ਉਦੋਂ ਤੋਂ ਲੈ ਕੇ ਹੀ ਨਹੀਂ ਚੱਲਿਆ ਜਦੋਂ ਤੋਂ ਲੈ ਕੇ ਪੰਥ ਸਾਜਿਆ, ਨਿਰਮਲ ਪੰਥ ਦੀ ਸਾਜਨਾ ਹੋਈ, ਨਿਰਮਲ ਪੰਥ ਚੱਲਿਆ ਭਾਈ ਗੁਰਦਾਸ ਦੇ ਬਚਨ ਮੁਤਾਬਕ। ਉਦੋਂ ਤੋਂ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਰਸਤਾ ਰੋਕਣ ਲਈ ਉਹਨਾਂ ਬਾਰੇ ਤਰ੍ਹਾਂ ਦੇ ਯਤਨ ਕਰਕੇ ਉਹਨਾਂ ਦੇ ਰਸਤੇ ਨੂੰ ਰੋਕਿਆ ਗਿਆ। ਇਹ ਨਿਰਮਲ ਪੰਥ ਖਾਲਸਾ ਪੰਥ ਦਾ ਰੂਪ ਧਾਰਨ ਕਰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ ਸਤਿਗੁਰੂ ਗੁਰਤਾ ਗੱਦੀ 'ਤੇ ਸੁਭਾਇਮਾਨ ਹੁੰਦੇ ਨੇ। 18ਵੀਂ ਸਦੀ ਦਾ ਸਮਾਂ ਆਉਂਦਾ ਹੈ। ਇਸ ਸਮੇਂ ਤੋਂ ਲੈ ਕੇ ਜਦੋਂ ਵੀ ਕੋਈ ਕੌਮ ਨੂੰ ਦਰਪੇਸ਼ ਮੁਸ਼ਕਲ ਆਉਂਦੀ ਰਹੀ, ਭਾਵੇਂ ਉਹ ਅੰਤਰ ਵਿਰੋਧੀ ਹੋਵੇ, ਭਾਵੇਂ ਬਾਹਰ ਦੇ ਲੋਕਾਂ ਵੱਲੋਂ ਹੋਵੇ, ਅਤੇ ਇਹਦੇ ਫੈਸਲੇ ਹਮੇਸ਼ਾ ਹੀ ਸਿੱਖ ਪੰਥ ਧੰਨ ਗੁਰੂ ਹਰਗੋਬਿੰਦ ਸਾਹਿਬ ਪੀਰੀ ਮੀਰੀ ਦੇ ਮਾਲਕ ਉਹਨਾਂ ਵੱਲੋਂ ਸਥਾਪਿਤ ਕੀਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਕਰਦਾ ਰਿਹਾ। ਅਤੇ ਸਾਧ ਸੰਗਤ ਜੀ, ਜਦੋਂ 18ਵੀਂ ਸਦੀ ਦਾ ਸਮਾਂ ਵੀ ਬੀਤ ਜਾਂਦਾ ਹੈ ਅਤੇ ਉਸ ਤੋਂ ਬਾਅਦ ਵੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ, ਅਗਵਾਈ ਹੇਠ ਕੌਮ ਪੰਥ ਫੈਸਲੇ ਕਰਦਾ ਰਿਹਾ ਹੈ। ਕਈ ਵਾਰੀ ਇੱਦਾਂ ਜ਼ਰੂਰ ਹੁੰਦਾ, ਜਿਸ ਦੇ ਲਈ ਫੈਸਲਾ ਹੁੰਦਾ ਹੈ ਉਹਨੂੰ ਹਮੇਸ਼ਾ ਹੀ ਲੱਗਦਾ ਹੁੰਦਾ ਵੀ ਸ਼ਾਇਦ ਇਹ ਮੇਰੇ ਵਿਰੋਧ ਵਿੱਚ ਹੈ, ਮੇਰੇ ਉਲਟ ਹੈ। ਅਤੇ ਆਪਾਂ ਗੱਲ ਨੂੰ ਛੋਟਿਆਂ 'ਤੇ ਸੰਖੇਪ ਕਰਨਾ ਜੇ ਇਸ ਵਾਰ ਪਹਿਲੇ ਪਾਰਟ ਅੰਦਰ ਅਜਿਹਾ ਹੀ ਹੁਣ ਹੋਇਆ। ਪਿਛਲੇ ਸਮੇਂ ਅੰਦਰ ਜਿਹੜੇ ਕੌਮ ਅਤੇ ਪੰਥ 'ਤੇ ਬਹੁਤੇ ਹਮਲੇ ਹੁੰਦੇ ਸੀ, ਉਹ ਬਾਹਰ ਤੋਂ ਹੁੰਦੇ ਸੀ। ਹਮਲੇ ਹਮੇਸ਼ਾ ਹੀ ਦੋਵਾਂ ਤਰੀਕਿਆਂ ਨਾਲ ਹੀ ਹੁੰਦੇ ਰਹੇ ਹੈ। ਵਿਚਾਰ ਦੇ ਹਮਲੇ ਵੀ ਹੁੰਦੇ ਰਹੇ ਆ, ਤਲਵਾਰ ਦੇ ਵੀ ਹੁੰਦੇ ਰਹੇ ਆ। ਪਰ 1984 ਤੱਕ, 18ਵੀਂ ਸਦੀ ਤੋਂ ਬਾਅਦ 19ਵੀਂ ਸਦੀ, 20ਵੀਂ ਸਦੀ, ਜਿਨ੍ਹਾਂ ਨੇ ਪੰਥ 'ਤੇ ਤਲਵਾਰਾਂ ਨਾਲ ਹਮਲੇ ਕੀਤੇ, ਕਦੇ ਟੈਂਕਾਂ ਨਾਲ, ਫੌਜਾਂ ਚੜ੍ਹਾ ਕੇ ਗੋਲੀਆਂ ਨਾਲ ਹਮਲੇ ਕੀਤੇ, ਉਹਨਾਂ ਨੇ ਇੱਕ ਗੱਲ 'ਤੇ ਪਰਖ ਕੇ ਵੇਖ ਲਈ ਕਿ ਅਬਦਾਲੀ ਦੇ ਟਾਈਮ ਤੋਂ, ਫਿਰ ਨਾਦਰ ਸ਼ਾਹ ਵਰਗਿਆਂ ਤੋਂ, ਜ਼ਕਰੀਏ ਤੋਂ, ਫਰਖਸ਼ੀਅਰ ਤੋਂ ਇਹ ਮਰੇ ਨੇ। ਅਤੇ ਉਹਨਾਂ ਨੇ ਦੂਜਾ ਤਰੀਕਾ ਜ਼ਿਆਦਾ ਸਾਰਥਕ ਵੇਖਿਆ ਵੀ ਇਹਨਾਂ ਨੂੰ ਵਿਚਾਰ ਨਾਲ ਮਾਰਿਆ ਜਾਏ। ਫਿਰ ਵਿਚਾਰ ਨਾਲ ਮਾਰਨ ਦਾ ਯਤਨ ਕੀਤਾ ਬਾਹਰ ਦੇ ਤੌਰ ਤੋਂ। ਜਿਵੇਂ ਬੇਨਤੀ ਕਰ ਰਿਹਾ, ਬਾਹਰੀ ਤੌਰ 'ਤੇ ਵਿਚਾਰ ਦੇ ਹਮਲੇ ਜਿਹੜੇ ਉਹ ਤੁਸੀਂ ਵੇਖ ਸਕਦੇ ਹੋ। ਸਾਧੂ ਦਇਆਨੰਦ ਜਿਹੜਾ ਆਰੀਆ ਸਮਾਜੀ ਸੀ, ਉਹਨੇ ਕਰਨ ਦਾ ਯਤਨ ਕੀਤਾ। ਉਹਦੇ ਵੀ ਹਮਲੇ ਜਦੋਂ ਵਿਚਾਰ ਦੇ ਬਹੁਤੇ ਸਾਰਥਕ ਨਹੀਂ ਹੋਏ, ਆਪਾਂ ਇੱਕੋ ਹੀ ਨਾਮ ਵਰਤਿਆ ਸਮੇਂ ਨੂੰ ਸੰਕੋਚਦੇ ਹਾਂ, ਬਹੁਤ ਹਮਲੇ ਜਿਹੜੇ ਉਹ ਬਾਹਰੀ ਤੌਰ 'ਤੇ ਹੋਏ ਸਿੱਖ ਪੰਥ 'ਤੇ, ਗੁਰੂ ਗ੍ਰੰਥ ਸਾਹਿਬ 'ਤੇ, ਸਾਡੇ ਸਿਧਾਂਤਾਂ 'ਤੇ, ਸਾਡੇ ਇਤਿਹਾਸ 'ਤੇ। ਅਤੇ ਹੁਣ ਸਾਧੂ ਦਇਆਨੰਦ ਵਰਗਿਆਂ ਨੂੰ, ਗਿਆਨੀ ਦਿੱਤ ਸਿੰਘ ਜੀਆਂ ਨੇ, ਕਦੇ ਜੇ ਕਿਸੇ ਹੋਰ ਭੇਖ ਵੱਲੋਂ ਵੀ ਹਮਲੇ ਹੁੰਦੇ ਸੀ ਨਾ, ਅਤੇ ਤੁਸੀਂ ਪੜ੍ਹ ਕੇ ਵੇਖਿਓ, ਮਹਾਂਪੁਰਸ਼ਾਂ ਨੇ ਉਹਨਾਂ ਨੂੰ ਵੀ ਜਵਾਬ ਦਿੱਤਾ। ਜੇ ਗਿਆਨੀ ਦਿੱਤ ਸਿੰਘ ਜੀ ਨੇ ਦਇਆਨੰਦ ਨੂੰ ਜਵਾਬ ਦਿੱਤਾ ਨਾ, ਅਤੇ ਕਦੇ ਕਿਸੇ ਸਾਧੂ ਜਾਂ ਉਦਾਸੀਆਂ ਵੱਲੋਂ ਜਾਂ ਹੋਰ ਕਿਸੇ ਵੱਲੋਂ ਕੋਈ ਸ਼ਬਦ ਪੁੱਛਿਆ ਜਾਂਦਾ ਸੀ, ਜਾਂ ਕਦੇ ਵਿਚਾਰਕ ਹਮਲਾ ਵੀ ਹੁੰਦਾ ਸੀ, ਅਤੇ ਸਾਡੇ ਸੰਪਰਦਾਇ ਮਹਾਂਪੁਰਖ ਵੀ ਜਵਾਬ ਦਿੰਦੇ ਰਹੇ। ਭਾਵ ਜਿਹੜਾ ਵੀ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕਰਦਾ, ਉਹ ਸਾਰੇ ਸਤਿਕਾਰਤ ਨੇ, ਰਹੇ ਨੇ, ਰਹਿਣਗੇ ਅਤੇ ਹਨ। ਇਹਦੇ ਸਮੇਂ ਦਰਮਿਆਨ ਇਹਨਾਂ ਨੇ ਵੇਖਿਆ ਵੀ ਜਦੋਂ ਤਲਵਾਰ ਨਾਲ ਵੀ ਨਹੀਂ ਮਰੇ, ਵਿਚਾਰ ਨਾਲ ਵੀ ਨਹੀਂ ਖਤਮ ਹੋ ਰਹੇ, ਬਾਹਰੀ ਹਮਲੇ ਕੀਤੇ ਵਿਚਾਰ ਨਾਲ, ਮੈਨੂੰ ਲੱਗਦਾ ਇੱਕ ਨਵਾਂ ਤਰੀਕਾ ਜਿਹੜਾ ਇਹਨਾਂ ਨੇ ਵੇਖਿਆ ਵੀ ਉਹ ਲੱਭੀਏ। ਉਹ ਤਰੀਕਾ ਇਹ ਲੱਭਿਆ ਗਿਆ ਪਿੱਛੇ ਤੋਂ ਜਾ ਕੇ ਭਾਗ ਸਿੰਘ ਅੰਬਾਲਾ, ਤੇਜਾ ਸਿੰਘ ਪਸੌੜੀਆ, ਸਿੰਘ ਸ਼ਬਦ ਵਰਤਣਾ ਵੀ ਆਪਣੀ ਮਜਬੂਰੀ ਹੈ। ਵੈਸੇ ਉਹਨਾਂ ਦੀ ਢੁਕਮਾ ਨਹੀਂ ਰਿਹਾ ਪਹਿਲਾਂ।
ਉਹਨਾਂ ਨੂੰ ਤਿਆਰ ਕਰਕੇ ਐਸੇ ਬੰਦੇ ਜਿਹੜੇ ਦਿਖਣ ਨੂੰ ਸਾਡੇ ਵਰਗੇ ਹੋਣਗੇ ਤੇ ਸਾਧ ਸੰਗਤ ਜੀ ਉੱਥੋਂ ਫਿਰ ਅੰਤਰ ਦੁਬਦਾ ਪੰਥ ਅੰਦਰ ਸ਼ੁਰੂ ਕੀਤੀ ਗਈ। ਹੁਣ ਤੁਹਾਡੇ ਘਰ 'ਤੇ ਕੋਈ ਬਾਹਰ ਤੋਂ ਹਮਲਾ ਕਰਦਾ, ਤੁਹਾਡੀ ਪਹਿਚਾਣ ਵਿੱਚ ਹੁੰਦਾ ਵੀ ਇਹ ਸਾਡੇ ਘਰ ਦਾ ਮੈਂਬਰ ਨਹੀਂ, ਸਾਡੇ ਘਰ ਨੂੰ ਖਰਾਬ ਕਰ ਰਿਹਾ, ਪਰਿਵਾਰ ਨੂੰ ਖਰਾਬ ਕਰ ਰਿਹਾ, ਸੰਪਦਾ ਖਰਾਬ ਕਰ ਰਿਹਾ, ਉਹਦੀ ਪਛਾਣ ਬੜੀ ਜਲਦੀ ਹੋ ਜਾਂਦੀ। ਦਇਆਨੰਦ ਵਰਗਿਆਂ ਦੀ ਪਛਾਣ ਬੜੀ ਜਲਦੀ ਹੋਈ ਅਤੇ ਜਵਾਬ ਦੇਣ ਵਾਲੇ ਗੁਰੂ ਕੇ ਸਿੱਖਾਂ ਨੇ ਸਮੇਂ ਸਮੇਂ 'ਤੇ ਬੜੇ ਜਵਾਬ ਦਿੱਤੇ। ਆਪਾਂ ਇੱਕੋ ਦੋ ਪੁਆਇੰਟਾਂ ਦੀ ਗੱਲ ਕਰਨੀ ਹੈ। ਇਹਨਾਂ ਵੇਖਿਆ ਵੀ ਐਸਾ ਕੀਤਾ ਜਾਏ ਵੀ ਪਛਾਣ ਬਹੁਤ ਔਖੀ ਹੋ ਜਾਏ, ਐਸੇ ਬੰਦੇ ਤਿਆਰ ਕੀਤੇ ਜਾਣ। ਅਤੇ ਅੰਤਰ ਵਿਰੋਧ, ਅੰਤਰ ਵਿਵਾਦ ਸ਼ੁਰੂ ਹੋ ਗਿਆ ਧਰਮ ਅੰਦਰ। ਅੰਤਰ ਸੰਵਾਦ ਨਹੀਂ ਹੋਇਆ, ਅੰਤਰ ਵਿਵਾਦ, ਜਿਹਦੇ ਕਰਕੇ ਫਿਰ ਕਦੇ ਅੰਮ੍ਰਿਤ ਦੀਆਂ ਬਾਣੀਆਂ 'ਤੇ ਕਿੰਤੂ, ਕਦੇ ਸਾਡੇ ਧਾਰਮਿਕ ਸਰੋਤਾਂ 'ਤੇ ਕਿੰਤੂ, ਇਤਿਹਾਸਕ ਸਰੋਤਾਂ 'ਤੇ ਕਿੰਤੂ। ਈਵਨ ਕਿ ਤੁਸੀਂ ਵੇਖੋਗੇ ਜਿੱਥੋਂ ਤੱਕ ਇਹ ਲੋਕ ਅੱਜ ਆ ਕੇ ਖੜ੍ਹ ਕੇ ਪਹੁੰਚਣਾ ਚਾਹੁੰਦੇ ਨੇ, ਤੁਸੀਂ ਪੜ੍ਹ ਕੇ ਵੇਖੋ ਰਾਗਮਾਲਾ ਤੋਂ ਬਾਅਦ ਭੱਟਾਂ ਦੇ ਸੋਈਏ ਭਗਤ ਬਾਣੀ ਨੂੰ ਕਹਿ ਦਿੱਤਾ ਸੀ ਕਿ ਇਹ ਗੁਰਬਾਣੀ ਦਾ ਹਿੱਸਾ ਨਹੀਂ। ਅਤੇ ਮੈਨੂੰ ਅਜੇ ਤੱਕ ਡੇਟ ਚੇਤੇ ਹੈ, 10 ਅਪ੍ਰੈਲ 2010 ਨੂੰ ਪੰਜਾਬ 'ਚ ਇੱਕ ਅਖਬਾਰ ਛਪਦਾ, ਉਹਨੇ ਛਾਪਿਆ ਸੀ ਨਾ ਵੀ ਜੋ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਹੈ ਇਹ ਤਾਂ ਉਹ ਹੈ ਹੀ ਨਹੀਂ, ਉਹ ਤਾਂ ਸਰੂਪ ਹੀ ਖਤਮ ਹੋ ਗਿਆ ਸੀ। ਮੁੜ ਕੇ ਮਾਫੀ ਵੀ ਮੰਗੀ ਸੀ ਨਾ ਉਸ ਅਖਬਾਰ ਨੇ। ਉਸ ਅਖਬਾਰ ਨੂੰ ਵੀ ਪੰਥ ਨੇ ਬੜਾ ਸਿਰ 'ਤੇ ਬਿਠਾਇਆ ਸੀ ਨਾ। ਲੋਕਾਂ ਨੂੰ ਇਹ ਲੱਗਦਾ ਸੀ ਨਾ ਇਕੱਲਾ ਗੁਰਮਤਿ ਦੀ ਗੱਲ ਕਰਨ ਵਾਲਾ ਤਾਂ ਅਖਬਾਰ ਹੀ ਹੈ, ਬਾਕੀ ਤਾਂ ਸਾਰੇ ਵੈਸੇ ਹੀ ਨੇ। ਅਤੇ ਜਿੱਦਾਂ ਗੁਰੂ ਗ੍ਰੰਥ ਸਾਹਿਬ 'ਤੇ ਉਹਨੇ ਡਾਇਰੈਕਟਲੀ ਹਮਲਾ ਕੀਤਾ ਇਸ ਸਰੂਪ ਅੰਦਰ, ਉਹਦਾ ਕਹਿਣ ਦਾ ਭਾਵ ਸੀ ਪਿਛਲੇਰੇ ਪਾਸਿਓਂ ਵੀ ਗੁਰੂ ਗ੍ਰੰਥ ਸਾਹਿਬ ਤੁਹਾਡੇ ਨਕਲੀ ਨੇ। ਔਰ ਅਖਬਾਰ ਉਹ ਪੰਥ ਦਾ ਬਣਿਆ, ਪਹਿਲਾਂ ਪੰਥ ਦੇ ਲੋਕ ਉਹਦੇ ਨਾਲ ਜੁੜੇ, ਆਪਣੇ ਆਪ ਨੂੰ ਬੜੇ ਜੋਸ਼ ਵਿੱਚ, ਆਪਣੇ ਆਪ ਨੂੰ ਬੜੀ ਸਮਝ ਰੱਖਣ ਵਾਲੇ ਜੁੜੇ। ਅਤੇ ਉਸ ਅਖਬਾਰ ਨੇ ਇਹ ਤਾਂ ਖੇਡ ਬਣ ਗਈ, ਮਾਲਕ ਨੇ ਸਮਝੋ ਕੋਈ ਬਣਾ ਦਿੱਤੀ, ਬਹੁਤ ਜਲਦੀ ਹਮਲਾ ਕੀਤਾ, ਲੋਕਾਂ ਨੂੰ ਸਮਝ ਆ ਗਈ। ਅਤੇ ਜਿਹੜਾ ਲੋਕਾਂ ਨੂੰ ਇੰਨਾ ਭੰਡਦਾ ਸੀ ਅੱਜ ਉਹ ਕਿੱਥੇ ਹੈ। ਖੈਰ ਠੀਕ ਹੈ, ਚੰਦ ਬੰਦੇ ਰੋਟੀ ਲਈ ਅਜੇ ਵੀ ਉਹਦੇ ਨਾਲ ਖੜ੍ਹੇ ਹੋਣਗੇ। ਇਹ ਅੰਤਰ ਵਿਵਾਦ ਵਾਲੇ ਬੰਦੇ ਖੜ੍ਹੇ ਕੀਤੇ ਗਏ। ਔਰ ਇਹਨਾਂ ਦਾ ਕੰਮ ਕੇਵਲ ਇਹ ਹੀ ਹੈ ਵੀ ਇਕੱਲੇ ਵਿਵਾਦਕ ਗੱਲਾਂ ਹੀ ਉਠਾਉਣੀਆਂ, ਉਹ ਵਿਵਾਦਕ ਹੈ ਨਹੀਂ, ਬਣਾ ਦਿੱਤੀਆਂ ਜਾਂਦੀਆਂ। ਉਦਾਹਰਣ, ਇੱਕ ਘਰ 'ਚ 3 ਬੱਚੇ ਨੇ, ਪਿਤਾ ਦੇ 3-4 ਬੱਚੇ ਨੇ, ਪੁੱਤਰ ਨੇ। ਇੱਕ ਬੱਚੇ ਨੂੰ ਜਚਾ ਦਿੱਤਾ ਜਾਵੇ ਵੀ ਇਹ ਤੇਰਾ ਪਿਓ ਹੀ ਨਹੀਂ, ਇਹ ਤਾਂ ਉਹੀ ਕਹੀ ਜਾਂਦੇ ਆ। ਅਤੇ ਹੁਣ ਉਹ ਕੇਵਲ ਆਪਣੀ ਮਾਂ ਦੇ ਸ਼ਬਦਾਂ 'ਤੇ ਵਿਸ਼ਵਾਸ ਕਰ ਸਕਦਾ ਨਾ ਵੀ ਇਹ ਮੇਰਾ ਪਿਤਾ ਹੈ। ਅਤੇ ਤੁਸੀਂ ਕਹੋਗੇ ਦੂਜਾ ਤਰੀਕਾ, ਜੇ ਉਹ DNA ਟੈਸਟ ਕਰਾਉਂਦਾ, ਇਹਦਾ ਮਤਲਬ ਉਹਦਾ ਆਪਣੀ ਮਾਂ 'ਤੇ ਵਿਸ਼ਵਾਸ ਨਹੀਂ। ਸਿੱਖੋ ਜਦੋਂ ਇਹਨਾਂ ਦੇ ਚੰਦ ਬੰਦਿਆਂ ਮਗਰ ਲੱਗ ਕੇ ਅਸੀਂ ਆਪਣੇ ਧਾਰਮਿਕ ਗ੍ਰੰਥਾਂ 'ਤੇ, ਇਤਿਹਾਸਕ ਸਰੋਤਾਂ 'ਤੇ, ਇਤਿਹਾਸਕ ਸਥਾਨਾਂ 'ਤੇ ਕਿੰਤੂ ਕਰਨ ਲੱਗ ਜਾਂਦੇ, ਇਹਦਾ ਮਤਲਬ ਹੈ ਸਾਨੂੰ ਗੁਰਬਾਣੀ ਰੂਪੀ ਮਾਂ 'ਤੇ ਵਿਸ਼ਵਾਸ ਨਹੀਂ, ਅਸੀਂ ਆਪਣੇ ਅਕਾਲ ਪੁਰਖ ਪ੍ਰਭੂ 'ਤੇ ਵੀ ਸ਼ੰਕਾ ਕਰਨ ਲੱਗ ਪਏ ਨੇ। ਐਸਾ ਹੀ ਚੱਲ ਰਿਹਾ ਨਾ ਪਿਛਲੇ ਸਮੇਂ ਤੋਂ। ਇਸੇ ਸਮੇਂ ਦਰਮਿਆਨ ਉਹ ਅੰਤਰ ਵਿਵਾਦ ਵਾਲੇ ਲੋਕ ਚੱਲਦੇ ਕਿੱਥੋਂ ਤੱਕ ਪਹੁੰਚੇ। ਔਰ ਇੱਕ ਗੱਲ ਚੇਤੇ ਰੱਖਿਓ ਤੁਸੀਂ, ਖਰੀਦੇ ਹਮੇਸ਼ਾ ਉਹ ਲੋਕ ਜਾਂਦੇ ਆ 2 ਟਾਈਪ ਦੇ, ਅੰਤਰ ਵਿਵਾਦ ਲਈ ਤਿਆਰ ਕੀਤੇ ਜਾਂਦੇ ਨਾ ਜਿਹੜੇ, ਉਹ 2 ਟਾਈਪ ਦੇ ਹੁੰਦੇ ਆ। ਪਹਿਲਾ ਟਾਈਪ ਹੁੰਦਾ ਜਿਹੜੇ ਵਿਦਵਾਨ ਹੋਣ, ਜਿਨ੍ਹਾਂ ਕੋਲ ਕੁਝ ਹੋਵੇ। ਦੂਜਾ ਟਾਈਪ ਹੁੰਦਾ ਜਿਨ੍ਹਾਂ ਕੋਲ ਲੋਕਾਂ ਦਾ ਇਕੱਠ ਹੋਵੇ। ਅਜੋਕੇ ਸਮੇਂ 'ਚ ਵੀ ਐਸਾ ਹੀ ਹੋਇਆ। ਅਤੇ ਇਹ ਸਮਾਂ ਇੱਥੋਂ ਤੱਕ ਪਹੁੰਚ ਗਿਆ ਜਿਹਦਾ ਆਪਾਂ ਸੰਖੇਪ ਅੱਗੇ ਜ਼ਿਕਰ ਕਰਨਾ ਹੈ ਕਿ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੇ ਵੇਖਿਆ ਕਿ ਬਹੁਤ ਵੱਡੀ ਸਿੱਖਾਂ ਦੇ ਕੋਲ ਸ਼ਕਤੀ ਹੈ। ਵੈਸੇ ਤਾਂ ਤੁਸੀਂ ਅਬਦਾਲੀ ਤੋਂ ਲੈ ਕੇ ਨਾਦਰ ਖਾਨ ਸ਼ਾਹ ਤੋਂ ਲੈ ਕੇ ਪੜ੍ਹੋਗੇ, ਜ਼ਕਰੀਆ ਤੋਂ ਲੈ ਕੇ ਪੜ੍ਹੋਗੇ, ਅਤੇ ਸਾਰੀ ਇਹ ਗੱਲ ਮੰਨਦੇ ਸਨ ਕਿ ਸਿੱਖਾਂ ਦੀ ਜਿਹੜੀ ਸ਼ਕਤੀ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ, ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਉਹਦਾ ਅੰਮ੍ਰਿਤ ਸਰੋਵਰ, ਅਤੇ ਇਹਨਾਂ ਕੋਲ ਖੰਡੇ ਬਾਟੇ ਦਾ ਅੰਮ੍ਰਿਤ। ਇਹ ਸਾਰੀਆਂ ਜਿਹੜੀਆਂ ਸ਼ਕਤੀਆਂ ਸਿੱਖ ਨੂੰ ਖਤਮ ਨਹੀਂ ਹੋਣ ਦਿੰਦੀਆਂ। ਅੰਮ੍ਰਿਤ ਇਹਨੂੰ ਸਦਾ ਜੀਵਤ ਰੱਖਦਾ, ਮ੍ਰਿਤੂ ਤੋਂ ਪਰੇ ਹੈ, ਜਿਉਂਦਾ ਮਰਿਆ ਹੈ, ਪ੍ਰਵਾਨ ਕਰਦਾ ਹੈ। ਤਾਂ ਹੀ ਤਾਂ ਸ਼ੀਸ਼ ਤਲੀ 'ਤੇ ਰੱਖ ਕੇ ਲੜੇ ਨਾ, 5 ਕੋਹਾਂ ਤੱਕ ਗਏ ਸਿੱਖ ਸ਼ਹੀਦ ਬਾਬਾ ਦੀਪ ਸਿੰਘ ਦੇ ਰੂਪ ਅੰਦਰ। ਗੁਰਬਾਣੀ ਅਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਤਾਕਤ ਹੈ, ਅੰਮ੍ਰਿਤ ਸਰੋਵਰ ਦੀ ਤਾਕਤ ਹੈ, ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੀ ਤੜਫ ਦੇਸ਼ ਵਿਦੇਸ਼ ਵਿੱਚ ਬੈਠਾ ਸਿੱਖ ਰੱਖਦਾ। ਹੁਣ ਅੰਤਰ ਵਿਵਾਦ ਜਿੱਥੇ ਧਾਰਮਿਕ ਸਰੋਤਾਂ 'ਤੇ ਕੀਤਾ ਗਿਆ ਜਾਣ ਬੁੱਝ ਕੇ, ਫਿਰ ਯਾਦ ਰੱਖਿਓ ਸਾਡੇ ਬਾਣੇ ਵਿੱਚ ਤੁਸੀਂ ਪਹਿਚਾਣ ਵੀ ਨਾ ਸਕੋ। ਜਦੋਂ ਤੱਕ ਤੁਹਾਨੂੰ ਪਹਿਚਾਣ ਹੋਏਗੀ ਉਦੋਂ ਤੱਕ ਤੁਹਾਡਾ ਨੁਕਸਾਨ ਬਹੁਤ ਕਰ ਚੁੱਕੇ ਹੋਣਗੇ, ਅਤੇ ਫਿਰ ਤੁਸੀਂ ਮੱਥੇ 'ਤੇ ਹੱਥ ਮਾਰੋਗੇ ਵੀ ਅਸੀਂ ਤੈਨੂੰ ਆਪਣੇ ਹੀ ਸਮਝਦੇ ਰਹੇ। ਹੋ ਜਾਂਦਾ, ਭੁਲੇਖਾ ਪੈ ਜਾਂਦਾ। ਇਸ ਲਈ ਫਿਰ ਯਤਨ ਕੀਤਾ ਗਿਆ 2 ਚੀਜ਼ਾਂ ਨੂੰ, ਇੱਕ ਤਾਂ ਧਾਰਮਿਕ ਤੌਰ 'ਤੇ ਇਹ, ਦੂਜਾ ਇਹਨਾਂ ਦਾ ਇਕੱਠਾ ਹੋਣ ਦਾ ਜਿਹੜਾ ਥਾਂ ਹੈ
ਜਿੱਥੇ ਇਹ ਆਪਸ ਵਿੱਚ ਵਿਚਾਰਧਾਰਕ ਕੋਈ ਫਰਕ ਵੀ ਹੋਵੇ, ਵੈਸੇ ਸਿੱਖ ਵਿੱਚ ਹੋਣਾ ਨਹੀਂ ਚਾਹੀਦਾ, ਆਪਾਂ ਡਿਫਰੈਂਟ ਗੱਲ ਕਰਾਂਗੇ, ਫਿਰ ਵੀ ਅਕਾਲ ਤਖਤ ਸਾਹਿਬ ਇਕੱਠੇ ਹੋ ਜਾਂਦੇ ਆ। ਇਹਦਾ ਵੀ ਜ਼ਿਕਰ ਤੁਹਾਨੂੰ ਵਿਸਤਾਰ ਵਿੱਚ ਕਦੇ ਫਿਰ ਕਰਾਂਗਾ। ਇਹਦੇ ਲਈ ਫਿਰ ਸਾਧ ਸੰਗਤ ਜੀ 3-4 ਗੱਲਾਂ ਵਾਰ-ਵਾਰ ਪ੍ਰਚਾਰੀਆਂ ਜਾ ਰਹੀਆਂ ਪਿਛਲੇ ਸਮੇਂ ਤੋਂ। ਕੁਝ ਨੇ ਕਿਹਾ ਅਕਾਲ ਤਖਤ ਸਾਹਿਬ ਬਣਿਆ ਹੀ ਨਹੀਂ, ਕੁਝ ਨੇ ਕਿਹਾ ਅਕਾਲ ਤਖਤ ਸਾਹਿਬ ਇੱਦਾਂ, ਕੁਝ ਨੇ ਕਿਹਾ ਨਹੀਂ ਜੀ ਅਕਾਲ ਤਖਤ ਸਾਹਿਬ ਦਾ ਹੁਕਮ ਅਸੀਂ ਨਹੀਂ ਮੰਨਣਾ। ਕਿਉਂ? ਕਿਉਂਕਿ ਫਿਰ ਯਾਦ ਰੱਖਿਓ 1984 ਤੱਕ ਇਹਨਾਂ ਵੇਖਿਆ ਅਕਾਲ ਤਖਤ ਸਾਹਿਬ ਦੀ ਸਿੱਖਾਂ ਕੋਲ ਬਹੁਤ ਵੱਡੀ ਸ਼ਕਤੀ ਹੈ ਜਿਹੜੀ ਵੱਡਿਆਂ ਨੂੰ ਤਲਬ ਕਰ ਸਕਦੀ ਹੈ। ਆਉਂਦੇ ਰਹਿਣਗੇ ਹਰੇਕ ਸਿੱਖ। ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਸਾਧ ਸੰਗਤ ਜੀ ਸਮਰਪਿਤ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੂੰ। ਨਿਜ਼ਾਮ ਆਉਂਦੇ ਰਹਿੰਦੇ ਆ, ਜਾਂਦੇ ਰਹਿੰਦੇ ਆ। ਅਕਾਲ ਤਖਤ ਸਾਹਿਬ ਸਾਡਾ ਸਿਧਾਂਤ ਸਤਿਕਾਰਯੋਗ, ਸਦਾ ਸਥਿਰ ਹੈ ਅਤੇ ਸਥਿਰ ਰਹੇਗਾ। ਇਹਨੂੰ ਤੇ ਢਾਉਣ ਵਾਲੇ ਬਹੁਤ ਆਏ, ਸਿੱਖਾਂ ਦੇ ਦਿਲਾਂ 'ਚੋਂ ਨਹੀਂ ਢਿਆ ਅਤੇ ਦਿਨਾਂ 'ਚ ਉਸਰ ਗਿਆ। ਇਸ ਲਈ ਮੈਂ ਜਿਹੜੀ ਅਗਲੀ ਗੱਲ ਕਰਨੀ ਚਾਹੁੰਦਾ, ਇਸੇ ਸਮੇਂ ਦੇ ਦਰਮਿਆਨ ਆਪਣੇ ਪ੍ਰਚਾਰ ਦੇ ਦਾਇਰੇ ਵਿੱਚੋਂ ਵੇਖੋ, ਪ੍ਰਚਾਰਕ ਜਦੋਂ ਕੋਈ ਹੁੰਦਾ ਉਹ ਸਾਰੇ ਸਤਿਕਾਰਤ ਨੇ। ਜਿੱਥੇ ਅਕਾਲ ਤਖਤ ਸਾਹਿਬ ਸਾਡੇ ਲਈ ਪੰਥਕ ਅਗਵਾਈ ਲਈ ਸਰਵਉੱਚ ਹੈ, ਸਿਰਮੌਰ ਹੈ, ਉਹਦਾ ਫੈਸਲਾ ਸਿੱਖ ਹੱਥ ਜੋੜ ਕੇ ਮੰਨਦੇ ਨੇ। ਅਤੇ ਜੇ ਤੁਸੀਂ ਲੋਕਾਂ ਨੂੰ ਕਥਾਵਾਂ ਸੁਣਾਉਂਦੇ ਹੋ, ਅਕਾਲੀ ਫੂਲਾ ਸਿੰਘ ਦੀ ਗੱਲ ਅਸੀਂ ਕਰਨੇ ਆ, ਅਤੇ ਦੂਜਾ ਪਾਸਾ ਵੀ ਚੇਤੇ ਰੱਖੋ ਗਲਤੀ ਹੋਣੀ ਗੱਲ ਵੱਖਰੀ ਹੈ, ਕਿਸੇ ਤੋਂ ਵੀ ਹੋ ਜਾਂਦੀ। ਮਨੁੱਖਾਂ ਮਹਾਰਾਜਾ ਰਣਜੀਤ ਸਿੰਘ ਏਡਾ ਵੱਡਾ ਸੇਵਾਦਾਰ ਹੈ, ਗਲਤੀ ਤੋਂ ਵੀ ਹੋ ਗਈ, ਹੋਈਆਂ ਹੋਰ ਹੋਈਆਂ ਹੋਣਗੀਆਂ, ਪਰ ਗੱਲ ਇਹ ਨਹੀਂ ਹੈ ਮਹਾਰਾਜਾ ਰਣਜੀਤ ਸਿੰਘ ਤੋਂ ਗਲਤੀਆਂ ਹੋਈਆਂ। ਗੱਲ ਇਹ ਉਹਨੇ ਦੋਵੇਂ ਹੱਥ ਜੋੜ ਕੇ ਮਾਫੀ ਵੀ ਮੰਗੀ, ਗਲ 'ਚ ਪੱਲਾ ਪਾ ਕੇ ਮਹਾਰਾਜਾ ਰਣਜੀਤ ਸਿੰਘ ਪੇਸ਼ ਹੁੰਦਾ ਰਿਹਾ। ਜੇ ਅਕਾਲੀ ਫੂਲਾ ਸਿੰਘ ਦੀ ਗੱਲ ਕਰਦੇ ਹੋ ਜਥੇਦਾਰ ਦੀ, ਤਾਂ ਮਹਾਰਾਜਾ ਰਣਜੀਤ ਸਿੰਘ ਵੀ ਚੇਤੇ ਰੱਖੋ, ਉਹਦੇ ਵਾਂਗੂ ਗਲ ਵਿੱਚ ਪੱਲਾ ਪਾ ਕੇ ਗਲਤੀ ਕੱਲ੍ਹ ਨੂੰ ਕਿਸੇ ਤੋਂ ਵੀ ਹੋ ਸਕਦੀ ਹੈ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਪਰ ਉਹ ਕਿਰਦਾਰ ਵੀ ਚੇਤੇ ਰੱਖੋ ਨਾ, ਵੀ ਕਿਵੇਂ ਏਡੀ ਵੱਡੀ ਤਾਕਤ ਹੁੰਦਿਆਂ ਵੀ ਜਿਹਦੇ ਸਾਹਮਣੇ ਅੰਗਰੇਜ਼ ਝੁਕਦੇ ਹੋਣ, ਜਿਹਦੀ ਫੌਜ ਵਿੱਚ ਅੰਗਰੇਜ਼ ਨੌਕਰੀਆਂ ਕਰਦੇ ਹੋਣ, ਅਤੇ ਸਾਧ ਸੰਗਤ ਜੀ ਜਿਹਦੀ ਤਾਕਤ ਦਾ ਲੋਹਾ ਦੁਨੀਆ ਦੇ ਜਰਨੈਲ ਮੰਨਦੇ ਹੋਣ, ਜੇ ਮਹਾਰਾਜਾ ਰਣਜੀਤ ਸਿੰਘ ਝੁਕ ਸਕਦਾ ਹੈ, ਜੇ ਅਕਾਲ ਤਖਤ ਸਾਹਿਬ ਤੋਂ ਚਿੱਠੀ ਜਾਂਦੀ ਹੈ, ਹੁਕਮ ਜਾਂਦਾ ਹੈ, ਅਤੇ ਸਾਧ ਸੰਗਤ ਜੀ ਹਰੀ ਸਿੰਘ ਨਲੂਆ ਕੁਝ ਟਾਈਮ ਲਈ ਯਾਦ ਰੱਖਣਾ ਚਲੇ ਗਏ ਸਨ ਅਨੰਦਪੁਰ ਸਾਹਿਬ, ਅਕਾਲ ਤਖਤ ਸਾਹਿਬ ਦਾ ਹੁਕਮ ਪਾ ਕੇ ਵਾਪਸ ਆ ਗਏ ਸਨ। ਇਸ ਲਈ ਅੱਜ ਬੇਨਤੀ ਇੰਨੀ ਕਰਨੀ ਤੁਹਾਨੂੰ, ਲਾਸਟ ਵਿੱਚ ਸਿਆਣੇ ਹੋ ਬਾਈ ਨੇਮ ਕਰੂੰਗਾ ਅੱਜ, ਕਿ ਦਾਸ ਇੱਕ ਨਿਮਾਣਾ ਗੁਰੂ ਘਰ ਦਾ ਕੂਕਰ ਪ੍ਰਚਾਰਕ ਹੋਣ ਦੇ ਨਾਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ। ਅਤੇ ਯਾਦ ਰੱਖੋ ਦੂਜਾ ਪਾਸਾ ਜਿਹੜਾ ਗਲਤੀ ਹੋ ਜਾਣੀ ਸੁਭਾਵਿਕ ਹੈ। ਪਿਛਲੇ ਸਮੇਂ ਤੋਂ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਲੱਗਦਾ ਕਿੱਦਾਂ ਅੰਤਰ ਵਿਵਾਦਕ ਗੱਲਾਂ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲਿਆਂ ਨੇ ਕੀਤੀਆਂ। ਹੁਣ ਤੱਕ ਆਪਾਂ ਕਿਉਂ ਨਹੀਂ ਬੋਲੇ? ਕੁਝ ਟਾਈਮ ਕਿਉਂਕਿ ਉਹਨਾਂ ਦਾ ਫੈਸਲਾ ਅਕਾਲ ਤਖਤ ਸਾਹਿਬ 'ਤੇ ਵਿਚਾਰ ਅਧੀਨ ਸੀ। ਅਤੇ ਮੈਂ ਇੱਥੇ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ, ਪੱਖਪਾਤ ਨਹੀਂ, ਨਿਰਪੱਖ ਹੋ ਕੇ ਸੋਚਿਓ। ਜੇ ਸਿੱਖ ਹੋ ਤਾਂ ਇੱਕ ਇਨਸਾਨੀਅਤ ਨਾਤੇ ਵੀ ਸੋਚਿਓ ਕਿ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਕਿੰਨਾ ਟਾਈਮ ਦਿੱਤਾ, ਕਿੰਨੀਆਂ ਦਰਖਾਸਤਾਂ ਕਿੰਨੀਆਂ ਸ਼ਿਕਾਇਤਾਂ ਗਈਆਂ। ਕਿਉਂ ਨਹੀਂ ਫਿਰ ਉਹ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪਹਿਲਾਂ ਹੀ ਬੇਨਤੀ ਕਰਦੇ ਜੇ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਇਹ ਥੋੜ੍ਹੀ ਹੈ ਵੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਜ਼ਾਦਾ ਦਾ ਜੋ ਖਰੜਾ ਲਿਖਿਆ ਵੀ ਬਸ ਉਹ 4 ਅੱਖਰ ਪੜ੍ਹ ਲਏ ਅਤੇ ਅਸੀਂ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਨੂੰ ਮੰਨਦੇ ਹਾਂ। ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਇਕੱਲੀ ਲਿਖਤੀ ਰੂਪ ਨਹੀਂ ਹੈ। ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਇਹ ਵੀ ਹੈ ਵੀ ਗਲਤੀ ਹੋ ਗਈ ਹੈ ਅਤੇ ਬੁਲਾਇਆ ਜਾਣਾ ਚਾਹੀਦਾ। ਇਹਦੀ ਮੈਂ ਉਦਾਹਰਨ ਅੱਗੇ ਤੁਹਾਨੂੰ ਦਿੰਦਾ। ਚਾਹੀਦਾ ਸੀ ਜਦੋਂ ਦਰਖਾਸਤਾਂ ਦਿੱਤੀਆਂ ਉਹਦੇ ਖਿਲਾਫ, ਭਾਵੇਂ ਇਤਿਹਾਸ ਲਈ ਭਾਵੇਂ ਕਿਵੇਂ ਵੀ, ਅਤੇ ਅਕਾਲ ਤਖਤ ਸਾਹਿਬ ਉਹਨਾਂ ਨੂੰ ਬੁਲਾਉਂਦਾ ਅਤੇ ਉਹ ਜਾਂਦੇ, ਜਾਂ ਨਹੀਂ ਵੀ ਬੁਲਾਇਆ ਜਦੋਂ ਪਤਾ ਲੱਗਦਾ ਤਾਂ ਉਹਨੂੰ ਆਪ ਬੇਨਤੀ ਕਰਨੀ ਚਾਹੀਦੀ ਸੀ। ਅਗਲੀ ਗੱਲ ਮੈਂ ਕਹਿੰਦਾ, ਅਕਾਲ ਤਖਤ ਸਾਹਿਬ ਨੇ, ਉਹ ਕਹਿੰਦੇ ਨਾ ਸਾਡਾ ਮਾਣ ਸਨਮਾਨ ਨਹੀਂ, ਚਲੋ ਤੁਹਾਨੂੰ ਸੰਗਤ ਸੁਣਦੀ ਸੀ, ਇਕੱਠ ਹੁੰਦਾ ਹੈ, ਕੌਮ ਅੰਦਰ ਤੁਹਾਡਾ ਨਾਮ ਹੈ, ਅਤੇ ਸ਼ਾਇਦ ਤਾਦੀ ਨਹੀਂ ਜੇ ਕੋਈ ਆਮ ਪ੍ਰਚਾਰਕ ਹੁੰਦਾ ਜਾਂ ਕੋਈ ਵੈਸੇ ਹੁੰਦਾ ਸ਼ਾਇਦ ਨਾ ਕਰਦੇ, ਤੁਹਾਡਾ ਵੀ ਮਾਣ ਸਨਮਾਨ ਰੱਖਦੇ ਆ। ਅਕਾਲ ਤਖਤ ਸਾਹਿਬ ਸਰਵਉੱਚ ਹੈ, ਸਰਮੌਰ ਹੈ, ਪਰ ਇੱਕ ਪ੍ਰਚਾਰਕ ਹੋਣ ਦੇ ਨਾਤੇ ਤੁਹਾਡਾ ਮਾਣ ਸਨਮਾਨ ਬਹਾਲ ਰੱਖਦੇ ਆ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਕਾਇਦਾ 5 ਮੈਂਬਰੀ ਕਮੇਟੀ ਬਣਾਈ ਤੁਹਾਡੇ ਵਾਸਤੇ, ਔਰ ਤੁਹਾਨੂੰ ਲੱਗਦਾ ਉਹ ਫਲਾਣੇ ਦਾ ਬੰਦਾ, ਫਲਾਣੇ ਦਾ ਬੰਦਾ ਹੈ, ਅਤੇ ਇੱਕ ਅੱਧ ਨੂੰ ਛੱਡ ਕੇ ਬਾਕੀ ਸਿੰਘਾਂ ਨੂੰ ਮੈਂ ਸਾਰਿਆਂ ਨੂੰ ਪਰਸਨਲੀ ਜਾਣਦਾ, ਚੰਗੇ ਐਜੂਕੇਟਡ ਨੇ। ਜਦੋਂ ਦਾ ਧਰਮ ਦੀ ਗੱਲ ਆਉਂਦੀ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ, ਉਦੋਂ ਤੁਸੀਂ ਇਹ ਗੱਲ ਕਹਿੰਦੇ ਬੰਦਾ ਪੜ੍ਹਿਆ ਲਿਖਿਆ ਚਾਹੀਦਾ, ਬੰਦਾ ਗਿਆਨਵਾਨ ਚਾਹੀਦਾ, ਅਤੇ ਉੱਧਰਲੇ ਪਾਸੇ ਤਾਂ ਡਾਕਟਰ ਇੰਦਰਜੀਤ ਸਿੰਘ ਜੀ ਗੋਗੋਆਣੀ ਵਰਗੇ
ਜਿਹੜੇ ਕਾਲਜ ਦੇ ਪ੍ਰੋਫੈਸਰ ਪ੍ਰਿੰਸੀਪਲ ਕਿੰਨੀਆਂ ਉਹਨਾਂ ਕੋਲ PhDਆਂ ਨੇ, ਰਾਗ ਵਿੱਦਿਆ ਉਹਨਾਂ ਨੇ ਸਿੱਖੀ ਹੋਈ ਹੈ, ਅਤੇ ਫਿਰ ਉਹ ਗਿਆਨਵਾਨ ਨਹੀਂ ਲੱਗੇ ਤੁਹਾਨੂੰ, ਕਿ ਤੁਹਾਨੂੰ ਇਹ ਲੱਗਦਾ ਵੀ ਤੁਹਾਡੇ ਉੱਪਰ ਕਿਸੇ ਨੂੰ ਗਿਆਨ ਹੋ ਹੀ ਨਹੀਂ ਸਕਦਾ। ਇਸ ਲਈ ਜਿਹੜੀ ਬੇਨਤੀ ਸੁਣਿਓ, ਉਹ 5 ਮੈਂਬਰੀ ਕਮੇਟੀ ਤੁਹਾਡੇ ਕੋਲੋਂ, ਮੈਂ ਨਾ ਭੁੱਲਦਾ ਹਾਂ 3 ਵਾਰੀ ਤੁਹਾਨੂੰ ਉਹਨਾਂ ਨੇ ਕਿਹਾ, ਤੁਸੀਂ ਵਿਦੇਸ਼ 'ਚ ਸੀ, ਅੱਗੇ ਟਾਈਮ ਦਿੰਦੇ। ਇਸ ਲਈ ਹੁਣ ਆਪਣੀ ਉਸ ਗੱਲ ਨੂੰ ਸਮਝੋ ਜਿਹੜੀ ਤੁਸੀਂ ਕਿਹਾ ਹੈ ਵੀ ਅਕਾਲ ਤਖਤ ਸਾਹਿਬ ਨੂੰ ਤੇ ਦਰਖਾਸਤਾਂ ਗਈਆਂ। ਤੁਹਾਨੂੰ ਚਾਹੀਦਾ ਸੀ, ਜੇ ਸੱਚਮੁੱਚ ਤੁਹਾਡੇ 'ਚ ਨਿਮਰਤਾ ਹੁੰਦੀ ਜਾਂ ਤੁਸੀਂ ਪੰਥ ਨੂੰ ਸਮਰਪਿਤ ਹੁੰਦੇ ਨਾ, ਤੁਸੀਂ ਆਪ ਆਪਣੇ ਵੱਲੋਂ ਬੇਨਤੀ ਭੇਜਦੇ ਵੀ ਦੱਸੋ ਜੀ ਮੇਰੀ ਕੀ ਗਲਤੀ ਹੈ। ਠੀਕ ਹੈ ਜੀ, ਆਪ ਜਾਂਦੇ, ਤੁਸੀਂ ਲੋਕਾਂ ਨੂੰ ਪ੍ਰੇਰਦੇ ਹੋ, ਪ੍ਰਚਾਰਕ ਦਾ ਕੰਮ ਹੈ ਆਪਣੇ ਇਤਿਹਾਸਕ ਸਥਾਨਾਂ ਨਾਲ ਜੋੜਨਾ। ਤੁਸੀਂ ਚੱਲ ਕੇ ਨਿਮਾਣੇ ਹੋ ਕੇ ਜਾਂਦੇ ਵੀ ਦੱਸੋ ਜੀ, ਪਰਸਨਲੀ ਮਿਲਦੇ ਜਥੇਦਾਰ ਸਾਹਿਬ ਨੂੰ, ਵੀਡੀਓ ਕਾਨਫਰੰਸ ਕਰ ਲੈਂਦੇ। ਕੋਈ ਤਰੀਕੇ 100 ਨੇ, ਚੱਲ ਕੇ ਜਾਣਾ ਨਿਮਾਣੇ ਸਿੱਖ ਦਾ ਫਰਜ਼ ਹੈ। ਅਗਲੀ ਗੱਲ, ਜਦੋਂ ਹੁਣ ਕੱਲ੍ਹ ਤੁਹਾਡੇ ਪ੍ਰਚਾਰ 'ਤੇ ਪਾਬੰਦੀ ਲਾ ਦਿੱਤੀ ਸ਼੍ਰੀ ਅਕਾਲ ਤਖਤ ਸਾਹਿਬ ਨੇ, ਹੁਣ ਤੁਹਾਡੀ ਕੱਲ੍ਹ ਦੀ ਇੱਕ ਵੀਡੀਓ ਚੱਲ ਰਹੀ ਹੈ ਜਿਹਦੇ ਅੰਦਰ ਤੁਸੀਂ ਕਹਿ ਰਹੇ ਹੋ, ਅਤੇ ਮੈਂ ਪੜ੍ਹੀ ਉਹ ਖਬਰ ਦੇ ਰੂਪ ਅੰਦਰ, ਕਿ ਤੁਸੀਂ ਸਬੂਤ ਲੈ ਕੇ ਆਓ। ਯਾਦ ਰੱਖਿਓ, ਸਬੂਤ ਲਈ ਇੱਕ ਮੈਂ ਉਦਾਹਰਨ ਤੁਹਾਨੂੰ ਦਿੰਦਾ, ਤੁਸੀਂ ਬਹੁਤ ਧਿਆਨ ਨਾਲ ਸੁਣਿਓ ਸਾਰੇ ਸੱਜਣ। ਫਿਰ ਬੇਨਤੀ ਹੈ, ਮੇਰਾ ਕਿਸੇ ਨਾਲ ਪਰਸਨਲੀ ਵਿਰੋਧ ਨਹੀਂ, ਪਰ ਯਾਦ ਰੱਖਣ ਦੀ ਗੱਲ ਹੈ, ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਤੋਂ ਉੱਪਰ ਨਹੀਂ, ਅਕਾਲ ਤਖਤ ਸਾਹਿਬ ਤੋਂ ਉੱਪਰ ਨਹੀਂ। ਔਰ ਜਿਹੜਾ ਕਹੇ ਮੈਂ ਨਹੀਂ ਮੰਨਦਾ, ਫਿਰ ਉਹ ਸਿੱਖ ਹੀ ਨਹੀਂ। ਜੇ ਸਿੱਖ ਆ ਤਾਂ ਫਿਰ ਇੱਕ ਅਗਵਾਈ ਵਿੱਚ ਚੱਲਣਾ ਪਏਗਾ, ਇੱਕ ਫੌਜ ਦੇ ਰੂਪ ਚੱਲਣਾ ਪਏਗਾ। ਅਗਲੀ ਗੱਲ, ਜਦੋਂ ਸਬੂਤਾਂ ਦੀ ਗੱਲ ਹੈ, ਸਬੂਤ ਤੁਹਾਨੂੰ ਦੇਣੇ ਸੀ ਕਮੇਟੀ ਨੇ, ਜਿਹੜੀ 5 ਮੈਂਬਰੀ ਕਮੇਟੀ ਦੂਖ ਨਿਵਾਰਨ ਸਾਹਿਬ ਪਟਿਆਲਾ ਆਉਂਦੀ ਰਹੀ ਨਾ, ਉਹਨੇ ਤੁਹਾਨੂੰ ਸਬੂਤ ਦੇਣੇ ਸੀ ਵੀ ਭਾਈ ਰਣਜੀਤ ਸਿੰਘ ਜੀ ਆਹ ਤੁਹਾਡੀ ਗਲਤੀ ਹੈ, ਇੱਥੇ ਤੁਸੀਂ ਗਲਤ ਬੋਲੇ ਹੋ। ਜਿੱਦਾਂ ਉਹ ਸਬੂਤ ਦੇਣ ਆਉਂਦੇ ਸੀ ਉਦੋਂ ਤੁਸੀਂ ਮਿਲੇ ਨਹੀਂ। ਹੁਣ ਜਥੇਦਾਰ ਸਬੂਤ ਲੈ ਕੇ ਆਵੇ। ਇਹ ਤਾਂ ਉਹ ਗੱਲ ਹੈ, ਇੱਕ ਪਿੰਡ ਵਿੱਚ ਕਿਸੇ ਬੰਦੇ ਦੇ ਅਦਾਲਤ ਨੇ, ਜੱਜ ਨੇ ਵਾਰੰਟ ਜਾਰੀ ਕਰਤੇ, ਵਾਰੰਟ ਜਾਰੀ ਹੋਏ ਅਤੇ ਉਹ ਬੰਦੇ ਨੂੰ ਕਹਿ ਦਿੱਤਾ ਗਿਆ ਵੀ ਤੇਰੇ ਵਾਰੰਟ ਜਾਰੀ ਨੇ, ਅਤੇ ਉਹ ਬੰਦਾ ਇਹ ਗੱਲ ਕਵੇ ਵੀ ਮੈਂ ਤਾਂ ਜੀ ਅਦਾਲਤ ਜਾਣਾ ਹੀ ਨਹੀਂ, ਉਹਦੀ ਪੇਸ਼ੀ ਦੀ ਤਰੀਕ ਆ ਜਾਏ ਵੀ ਤੂੰ ਇੱਥੇ ਪੇਸ਼ ਹੋ ਕੇ ਆਪਣਾ ਜਿਹੜਾ ਪੱਖ ਰੱਖ, ਅਤੇ ਉਹ ਬੰਦਾ ਇਹ ਗੱਲ ਕਵੇ ਵੀ ਮੈਂ ਤਾਂ ਜੀ ਅਦਾਲਤ ਜਾਣਾ ਹੀ ਨਹੀਂ। ਜੱਜ ਚੱਲ ਕੇ ਨਾ ਜਿਹੜੀ ਸਾਰੀ ਫਾਈਲ ਲੈ ਕੇ ਮੇਰੇ ਪਿੰਡ ਦੀ ਸੱਥ 'ਚ ਆਵੇ, ਤੁਸੀਂ ਉਹ ਬੰਦੇ ਨੂੰ ਗਿਆਨਵਾਨ ਸਮਝੋਗੇ? ਦੁਨੀਆ ਨੂੰ ਗਿਆਨ 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 ਦਾ ਰੌਲਾ ਪਾਉਣ ਵਾਲੇ ਹੋ। ਇੱਕ ਗੱਲ ਸੁਣਿਓ ਪਿਆਰ ਨਾਲ, ਅਦਬ ਸਹਿਤ ਸੁਣਿਓ, ਜੇ ਤੁਹਾਨੂੰ ਦੁਨਿਆਵੀ ਵਿੱਦਿਆ ਦੀ ਵੀ ਨੌਲੇਜ ਹੈ ਨਾ, ਦੁਨਿਆਵੀ ਵਿੱਦਿਆ ਦੀ, ਅਦਾਲਤ ਦਾ ਰੂਲ ਰੈਗੂਲੇਸ਼ਨ ਆਫ ਕੋਰਟ ਤੁਹਾਨੂੰ ਮਾਸਾ ਵੀ ਪਤਾ ਹੈ ਨਾ, ਅਤੇ ਯਾਦ ਰੱਖਿਓ ਵਾਰੰਟ ਜਾਰੀ ਹੋਣ ਤੋਂ ਬਾਅਦ ਅਗਲਾ ਜਿਹੜਾ ਸਟੈਪ ਹੁੰਦਾ ਹੈ, ਫਿਰ ਕੀ ਹੁੰਦਾ, ਫਿਰ ਜ਼ਬਰਦਸਤੀ ਗ੍ਰਿਫਤਾਰੀ ਹੁੰਦੀ ਹੈ। ਉਹ ਬੰਦੇ ਨੂੰ ਭਗੌੜਾ ਕਰਾਰ ਦਿੱਤਾ ਜਾਂਦਾ ਕਿ ਨਹੀਂ ਦਿੱਤਾ ਜਾਂਦਾ ਅਦਾਲਤ ਵੱਲੋਂ, ਜਿਹੜਾ ਪੇਸ਼ੀ 'ਤੇ ਵੀ ਨਾ ਜਾਵੇ। ਅਤੇ ਜੇ ਹੁਣ ਉਹ ਬੰਦਾ ਕਹੇ ਵੀ ਜੱਜ ਸਾਡੇ ਪਿੰਡ ਆਵੇ, ਉਹ ਬੰਦੇ ਨੂੰ ਸਿਆਣਾ ਸਮਝੋਗੇ? ਇੱਕ ਮੈਂਟਲੀ ਅਪਸੈਟ ਬੰਦਾ ਕਹੂਗਾ। ਜੱਜ ਤੁਸੀਂ ਜਿੰਨੇ ਸੁਣੋਗੇ ਦੇਸ਼ਾਂ ਵਿਦੇਸ਼ਾਂ 'ਚ, ਕਦੇ ਤੁਸੀਂ ਵੇਖਿਆ ਵੀ ਜੱਜ ਫਾਈਲ ਲੈ ਕੇ ਪਿੰਡ ਦੀ ਸੱਥ 'ਚ ਆਇਆ ਹੋਵੇ ਵੀ ਤੁਹਾਡੇ ਪਿੰਡ ਦੇ ਬੰਦੇ ਦੀ ਅਸੀਂ ਪੇਸ਼ੀ ਪਾਈ ਸੀ, ਉਹ ਗਿਆ ਨਹੀਂ? ਤੁਸੀਂ ਤਾਂ ਇਹ ਤਾਂ ਬਿਲਕੁਲ ਝੱਲਿਆਂ ਵਾਲੀ, ਪਾਗਲਾਂ ਵਾਲੀ ਗੱਲ ਹੈ, ਮੂਰਖਾਂ ਵਾਲੀ। ਸਬੂਤ ਫਿਰ ਸੁਣਿਓ, ਸਬੂਤ ਉੱਦਾਂ ਆਏ ਸੀ ਤੁਹਾਡੇ ਕੋਲ 5 ਮੈਂਬਰੀ ਕਮੇਟੀ, ਉਹਨਾਂ ਕੋਲੋਂ ਸਬੂਤ ਲੈਂਦੇ ਵੀ ਦੱਸੋ ਜੀ ਮੇਰੀ ਕੀ ਗਲਤੀ ਹੈ। ਉਹ ਤੁਹਾਡੇ ਸਾਹਮਣੇ ਸਬੂਤ ਹੀ ਤਾਂ ਪੇਸ਼ ਕਰਨ ਆਏ ਸੀ ਔਰ ਤੁਹਾਡੇ ਨਾਲ ਵਿਚਾਰ ਕਰਨ ਆਏ ਸੀ। ਹੁਣ ਤੁਸੀਂ ਕਹਿੰਦੇ ਸਬੂਤ ਲਿਆਵੇ। ਹੁਣ ਸਬੂਤ ਜੱਜ ਨਹੀਂ ਲਿਆਉਂਦਾ ਹੁੰਦਾ, ਹੁਣ ਜਿਹਦੀ ਵਾਰੰਟ ਹੋਣ ਉਹ ਪੇਸ਼ੀ ਲਈ ਅਦਾਲਤ ਵਿੱਚ ਜਾਂਦਾ ਹੈ। ਜੇ ਉਹ ਪੇਸ਼ੀ ਲਈ ਨਾ ਜਾਵੇ, ਉਹ ਤੋਂ ਬਾਅਦ ਉਹ ਭਗੌੜਾ ਕਰਾਰ ਦਿੱਤਾ ਜਾਂਦਾ ਹੈ। ਮੈਨੂੰ ਪਤਾ ਤੁਸੀਂ ਕੱਲ੍ਹ ਨੂੰ ਕਿੱਦਾਂ ਦੀ ਅਗਲੀ ਗੱਲ ਕਰੋਗੇ, ਉਹ ਕੱਲ੍ਹ ਤੱਕ ਸਭ ਦਾ ਫੈਸਲਾ ਹੈ। ਪਰ ਯਾਦ ਰੱਖੋ, ਅਜੇ ਤੱਕ ਪਾਬੰਦੀ ਲੱਗੀ ਹੈ, ਤੁਸੀਂ ਪੰਥ ਵਿੱਚ ਹੀ ਹੋ, ਸਿਰਫ ਸਮਾਗਮ ਨਹੀਂ ਕਰ ਸਕਦੇ। ਇਹ ਆਏ ਹੈ ਜਿਵੇਂ ਕੋਈ ਬੰਦਾ ਦੇਸ਼ ਵਿੱਚ ਕਿਸੇ ਮੁਕੱਦਮੇ 'ਚ ਫਸਦਾ ਹੈ, ਉਹਦੇ ਵਾਰੰਟ ਜਾਰੀ ਕਰਕੇ ਉਹਦੀ ਆਪਣਾ ਪੱਖ ਜਾਣਨ ਲਈ ਉਹਨੂੰ ਸੱਦਿਆ ਜਾਂਦਾ ਹੈ। ਪਰ ਅਦਾਲਤ ਇੱਕ ਕੰਮ ਕਰਦੀ ਹੁੰਦੀ ਹੈ, ਉਹ ਤੋਂ ਜਿਹੜਾ ਬੰਦਾ ਅੱਜ ਦੇ ਮਾਹੌਲ 'ਚ ਉਹ ਤੋਂ ਖਤਰਾ ਹੋਵੇ, ਉਹਦਾ ਪਾਸਪੋਰਟ ਰੱਖ ਲੈਂਦੀ ਵੀ ਤੂੰ ਵਿਦੇਸ਼ ਨਹੀਂ ਜਾ ਸਕਦਾ, ਆਪਣੇ ਦੇਸ਼ 'ਚ ਰਹਿਣਾ। ਪਰ ਉਹਨੂੰ ਅਜੇ ਫੜਿਆ ਤਾਂ ਨਹੀਂ ਹੁੰਦਾ ਨਾ, ਉਹਦਾ ਪਾਸਪੋਰਟ ਹੀ ਰੱਖਿਆ, ਉਹਨੂੰ ਜੇਲ੍ਹ ਤਾਂ ਨਹੀਂ ਹੋਈ ਹੁੰਦੀ, ਨਾ ਹੀ ਉਹਨੂੰ ਭਗੌੜਾ ਕਰਾਰ ਦਿੱਤਾ ਹੁੰਦਾ, ਪਾਸਪੋਰਟ ਫੜ ਲਿਆ ਨਾ। ਤੁਹਾਡੇ ਸਮਾਗਮਾਂ 'ਤੇ ਪਾਬੰਦੀ ਲੱਗਣੀ ਇੱਕ ਤੌਰ 'ਤੇ ਤੁਹਾਡਾ ਪਾਸਪੋਰਟ ਫੜਨ ਵਾਲੀ ਗੱਲ ਹੈ। ਭਾਵ ਕੀ ਹੈ ਵੀ ਤੁਸੀਂ ਪੰਥਕ ਧਿਰਾਂ ਵਿੱਚ, ਪੰਥਕ ਦੇਸ਼, ਪੰਥਕ ਖੇਤਰ ਵਿੱਚ ਨਹੀਂ ਵਿਚਰ ਸਕਦੇ। ਤਾਂ ਡਰ ਕਿਉਂ ਰਹੇ ਹੋ ਤੁਸੀਂ? ਹੁਣ ਤੁਸੀਂ ਆਪਣਾ ਭਿੱਖ ਪੇਸ਼ ਕਰੋ। ਸਬੂਤ ਅਕਾਲ ਤਖਤ ਸਾਹਿਬ ਨੇ ਕਦੇ ਵੀ ਨਹੀਂ ਲਿਆਉਣੇ।
कदे भी जज अदालत दा फाइल लैके कदे भी किसी पिंड की सत्थ में दोषी नहीं लभदा फिरदा। दोषी नहीं जाना, दोषी नहीं जाता। जज ने अपना काम कर देना, पुलिस ने अपना काम करना, भगौड़ा करार दिता जाएगा, होर बड़ा कुछ हो जाता। इसलिए याद रखियो, अजे भी एक बेनती है तुहानूं, तुसीं सिर्फ पाबंदियां ने तुहाडे ते। जे तुसीं मनदे हो असीं निर्दोष हाँ, असीं कुछ नहीं किया, तुसीं अपना पक्ष पेश करन लई वीडियो कॉन्फ्रेंस भी कर सकते हो। जे तुहानूं लगदा तुहानूं सिक्योरिटी तुहानूं ज़्यादा खतरा है, सच की गल करन वाला बाबा मक्के मदीने जगन्नाथपुरी उड़ीसा फिर रोम तक रबाब चक के तुरया फिरदा रहा। तो जिन्ने अज तुसीं सच सच दा हुक्का मारन वाले हो, सारिਆਂ तुहाडे नाल 3-3 AK-47 वाले ने। जथेदार नाल 2 हुंदे ते तुसीं पंथ दीआं स्टेजां ते भंगड़े पाउंदे फिरदे हो जी, ये सरकारी सिक्योरिटी लई फिरदे, तुहाडे नाल घੱਟ है। सिक्योरिटी तुहाडे नाल है, होर चाहीदी होई तुसीं सरकार तो मंगो, मैं पेश होण लई जाना। तुसीं ये पक्ष रख सकदे हो मेरी सिक्योरिटी की मजबूरी है, वीडियो कॉन्फ्रेंस कर लो, होर तरीके ने। इसलिए हुण नहीं, सबूत उदों सी, हुण तुसीं निमाणे सिख तौर पर जाओ। तुहाडी गल ना सुनी जाए, तुसीं अपना पक्ष रखो। जे तुसीं उहदे ते विचार करन टीवी ते तुसीं जदों विचार करन लई तुहाडे कोल विदेशां सिंह टाइम मंगदे, तुसीं उदों नहीं दिंदे। होर भी प्रचारक बथेरे ने ਜਿਹੜੇ ਆਪਣੇ ਆਪ ਨੂੰ सच ਦਾ तत्त ਦੇ प्रचारक कहवाਉਂਦੇ रहे। बहुत ਚਿਰ संगत ਨੂੰ ਭਰਮਾਇਆ ਤੁਸੀਂ। ਸਮਝੋ ਅਜੇ ਵੀ ਅਸੀਂ ਪੰਥ ਦਾ ਹਿੱਸਾ। ਪ੍ਰਚਾਰਕ ਧਿਰਾਂ ਤੇ ਪ੍ਰਚਾਰਕ ਸ਼ਬਦ ਨੂੰ ਵੀ ਮਸੰਦਾ ਵਾਂਗੂ ਬਦਨਾਮ ਨਾ ਕਰਾਓ। ਜਿਹੜੀ ਤੁਹਾਡੀ ਸਬੂਤਾਂ ਦੀ ਗੱਲ ਹੈ, ਅਕਾਲ ਤਖਤ ਸਾਹਿਬ ਨੇ ਨਹੀਂ ਆਉਣਾ, ਤੁਹਾਨੂੰ ਜਾਣਾ ਪੈਣਾ। ਜਿਹੜੀਆਂ ਬੇਨਤੀਆਂ ਤੁਹਾਨੂੰ ਮੈਂ ਕੀਤੀਆਂ, ਕਦੇ ਵੀ ਅਦਾਲਤ ਦਾ ਜੱਜ ਨਹੀਂ ਆਉਂਦਾ, ਦੋਸ਼ੀ ਨੂੰ ਜਾਣਾ ਪੈਂਦਾ। ਦੋਸ਼ੀ ਭਾਵੇਂ, ਵੇਖੋ ਅਗਲੀ ਗੱਲ ਵੀ, ਭਾਵੇਂ ਉਹ ਬਿਲਕੁਲ ਨਿਰਦੋਸ਼ ਹੋਵੇ, ਉਹਦੇ 'ਤੇ ਝੂਠਾ ਇਲਜ਼ਾਮ ਲੱਗਾ ਹੋਵੇ, ਜਾਣਾ ਤਾਂ ਦੋਸ਼ੀ ਨੂੰ ਪਏਗਾ ਨਾ। ਜੇ ਤੁਸੀਂ ਮੰਨਦੇ ਹੋ ਤੁਸੀਂ ਕੁਝ ਨਹੀਂ ਕਿਹਾ, ਨਿਰਦੋਸ਼ ਹੋ, ਤੇ ਜਾਓ ਤੁਸੀਂ ਆਪਣਾ ਪੱਖ ਰੱਖੋ ਵੀ ਆ ਵੇਖੋ ਜੀ ਮੈਂ ਕੁਝ ਨਹੀਂ ਕਿਹਾ, ਤੁਹਾਡੀ ਉਹ ਵੀਡੀਓ ਵਿਖਾਉਣ ਤੇ ਤੁਸੀਂ ਉੱਥੇ ਆਪਣਾ ਪੱਖ ਪੇਸ਼ ਕਰੋ। ਮੈਂ ਤਾਂ ਇਹ ਨਜ਼ਰੀਏ ਤੋਂ ਗੱਲ ਕੀਤੀ ਹੈ, ਇਹ ਲਹਿਜੇ ਤੋਂ ਗੱਲ ਕੀਤੀ ਹੈ, ਇਹ ਪ੍ਰਕਰਨ 'ਚੋਂ ਗੱਲ ਕੀਤੀ ਹੈ, ਆਹ ਹਵਾਲੇ ਨੇ ਮੇਰੇ ਕੋਲ। ਅਸੀਂ ਵੀ ਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਤੇ ਸਾਨੂੰ ਵੀ ਲੋਕ ਪੁੱਛ ਲੈਂਦੇ ਨੇ। ਇਸ ਲਈ ਅੱਜ ਬਾਏ ਨੇਮ ਤੁਹਾਨੂੰ ਬੇਨਤੀ ਕਰਨ ਦਾ ਮਕਸਦ ਹੈ, ਇੱਕ ਪਿਆਰ ਭਾਵਨਾ ਵਿੱਚ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਵਿਗੜਿਆ ਨਹੀਂ, ਚੁੱਕ ਕੇ ਝੋਲੀ ਪਾਏ ਜਾ ਸਕਦੇ ਆ। ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਮੌਰ ਹੈ। ਬੰਦਿਆਂ ਦੀ ਗਿਣਤੀ ਨਾਲ ਨਾ ਅਕਾਲ ਤਖਤ ਸਾਹਿਬ ਕਦੇ ਖੜਾ ਹੈ, ਨਾ ਕਦੇ ਖੜੇਗਾ, ਨਾ ਸਿਆਣਾ ਸਿੱਖ ਖੜਾ ਹੈ। ਸਿੱਖ ਹੀ ਕੀ ਹੈ ਜੇ ਤੁਹਾਡੀਆਂ ਗਿਣਤੀਆਂ ਵੇਖ ਕੇ ਉਹ ਪ੍ਰਭਾਵਿਤ ਹੋ ਗਿਆ। ਬਾਕੀ ਮਰਜ਼ੀ ਤੁਹਾਡੀ ਹੈ, ਫੈਸਲਾ ਤੁਸੀਂ ਕਰਨਾ ਹੈ। ਅਕਾਲ ਤਖਤ ਸਾਹਿਬ ਨੇ ਆਪਣਾ ਫੈਸਲਾ ਦਿੱਤਾ। ਨਿਮਾਣਾ ਸਿੱਖ ਹੋਣ ਦੇ ਨਾਤੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ। ਅਤੇ ਅਕਾਲ ਤਖਤ ਸਾਹਿਬ ਤੋਂ ਤੁਹਾਨੂੰ ਬੈਨ ਕੀਤਾ ਗਿਆ, ਪਾਬੰਦੀ ਲਾਈ ਗਈ। ਕਿਉਂ ਲਾਈ ਗਈ? ਅਕਾਲ ਤਖਤ ਸਾਹਿਬ ਨੇ ਸਬੂਤ ਨਹੀਂ ਦੇਣੇ। ਜੇ ਤੁਹਾਨੂੰ ਲੋੜ ਪਈ ਤਾਂ ਬੜੀਆਂ ਤੁਹਾਡੀਆਂ ਵੀਡੀਓ ਗੁਰਬਾਣੀ ਪੱਖ ਤੋਂ, ਗੁਰਮਤਿ ਸਿਧਾਂਤਾਂ ਪੱਖ ਤੋਂ, ਰਹਿਤ ਮਰਜ਼ਾਦਾ ਦੇ ਪੱਖ ਤੋਂ, ਜਿਹਦਾ ਤੁਸੀਂ ਬਹੁਤ ਰੌਲਾ ਪਾਉਂਦੇ ਹੋ, ਚੰਗੀ ਗੱਲ ਹੈ, ਪਰ ਆਪ ਵੀ ਮੰਨੋ ਨਾ, ਜੋ ਰਹਿਤ ਮਰਜ਼ਾਦਾ ਦੇ ਵਿੱਚ ਲਿਖਿਆ ਉਹਨੂੰ ਵੀ ਮੰਨੋ ਨਾ। ਇਸ ਲਈ ਇਹ ਜ਼ਿਕਰ ਜੇ ਤੁਹਾਨੂੰ ਲੱਗਾ ਜ਼ਰੂਰਤ ਪਈ ਤਾਂ ਮੈਂ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਤੱਕ ਸੰਗਤ ਤੱਕ ਰੱਖਾਂਗਾ ਕਿ ਸਬੂਤ ਕੀ ਨੇ। ਸਬੂਤ ਤਾਂ ਸੰਗਤ ਨੂੰ ਪਤਾ ਹੀ ਹੈ। ਵੈਸੇ ਤੁਸੀਂ ਜੇ ਮੰਨਦੇ ਹੋ ਤੁਸੀਂ ਨਿਰਦੋਸ਼ ਹੋ, ਤੁਸੀਂ ਆਪਣਾ ਪੱਖ ਜ਼ਰੂਰ ਰੱਖੋ। ਇਹ ਇੱਕ ਚੰਗੇ ਇਨਸਾਨ ਵਾਲੀ, ਗਿਆਨਵਾਨ ਇਨਸਾਨ ਵਾਲੀ, ਭਲੇ ਇਨਸਾਨ ਵਾਲੀ ਗੱਲ ਹੋਏਗੀ। ਲੋਕਾਂ ਨੂੰ ਅਸੀਂ ਮੋਟੀਵੇਸ਼ਨ ਦਾ ਰੌਲਾ ਪਾਉਣੇ, ਆਪਣੇ ਆਪ ਨੂੰ ਵੀ ਮੋਟੀਵੇਸ਼ਨ ਕਰੋ, ਆਪਣਾ ਪੱਖ ਰੱਖੋ। ਜਾ ਕੇ ਸਾਨੂੰ ਕੋਈ ਬੁਲਾਏ ਖਾਂ ਵੀ ਤੁਸੀਂ ਆਹ ਗੱਲ ਗਲਤ ਕਹੀ ਹੈ, ਇਹ ਤਾਂ ਅਕਾਲ ਤਖਤ ਸਾਹਿਬ ਨੇ ਬੁਲਾਇਆ ਤੁਹਾਨੂੰ, ਸਾਨੂੰ ਕੋਈ ਬੁਲਾਇਆ, ਅਸੀਂ ਕਹਾਂਗੇ ਦੱਸੋ ਜੀ ਕਿੱਥੇ ਆਈਏ। ਬੜਿਆਂ ਨਾਲ ਗੱਲ ਹੋਈ ਹੈ, ਸਭ ਨੂੰ ਪਤਾ ਹੈ। ਇਸੇ ਲਈ ਅੱਜ ਮੈਂ ਇੰਨੀਆਂ ਬੇਨਤੀਆਂ ਕਰਨਾ ਅਤੇ ਸਿਆਣੇ ਗੁਰਸਿੱਖਾਂ ਨੂੰ ਬੇਨਤੀ ਕਰਦਾ ਕਿ ਕਦੇ ਵੀ ਕਿਸੇ ਲਈ ਭੱਦਾ ਸ਼ਬਦ ਨਾ ਵਰਤੋ। ਭਾਵੇਂ ਤੁਸੀਂ ਸੋਸ਼ਲ ਮੀਡੀਆ ਚਲਾਉਂਦੇ ਹੋ, ਭਾਵੇਂ ਤੁਸੀਂ ਕਿਸੇ ਦੇ ਹੱਕ 'ਚ ਹੋ, ਕਿਸੇ ਦੇ ਪੱਖ 'ਚ ਹੋ। ਵੈਸੇ ਤਾਂ ਆਪਾਂ ਤਾਂ ਜ਼ਿਕਰ ਕਰਾਂਗੇ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਅਤੇ ਸਾਧ ਸੰਗਤ ਜੀ, ਬੜੇ ਲੰਮੇ ਟਾਈਮ ਬਾਅਦ ਇਹ ਫੈਸਲਾ ਲਿਆ ਗਿਆ। ਤੁਹਾਡੀ ਉਡੀਕ ਕਰਕੇ ਜਨਵਰੀ ਫਰਵਰੀ ਤੋਂ ਤਾਂ ਚੱਲ ਹੀ ਰਿਹਾ ਨਾ, ਇੰਨਾ ਟਾਈਮ ਤੁਹਾਨੂੰ ਦਿੱਤਾ, ਤੁਸੀਂ ਆਪਣਾ ਪੱਖ ਨਹੀਂ ਰੱਖਿਆ। ਅਜੇ ਵੀ ਮੈਂ ਸਮਝਦਾ ਤੁਹਾਨੂੰ ਪਾਬੰਦੀ ਲਾ ਕੇ ਸਿਰਫ ਸਮਾਂ ਦਿੱਤਾ ਵੀ ਤੁਸੀਂ ਆਪਣਾ ਪੱਖ ਰੱਖੋ। ਨਹੀਂ ਤੁਸੀਂ ਆਪਣਾ ਪੱਖ ਰੱਖਦੇ, ਉਹ ਫੈਸਲੇ ਅੱਗੇ ਅਕਾਲ ਤਖਤ ਸਾਹਿਬ ਦੇ ਨੇ। ਅਤੇ ਜਦ ਤੁਸੀਂ ਜਾਣੋ, ਗੁਰੂ ਰਹਿਮਤ ਕਰੇ, ਅਰਦਾਸ ਕਰਦੇ ਹਾਂ, ਤੁਸੀਂ ਪੰਥ ਅੱਗੇ ਆਓ, ਆਪਣੀ ਗੱਲ ਰੱਖੋ। ਤੁਸੀਂ ਨਿਰਦੋਸ਼ ਸਾਬਤ ਹੋਵੋਗੇ ਅਤੇ ਤੁਸੀਂ ਆਪਣੀ ਗੱਲ ਕਰਦੇ ਰਹੋ। ਕਰਨ ਦਾ ਹਰੇਕ ਨੂੰ ਅਧਿਕਾਰ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ। ਇਹਦਾ ਜ਼ਿਕਰ ਆਪਾਂ ਫਿਰ ਕਰਾਂਗੇ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨੇ ਹੋ। ਕੋਈ ਗੱਲ ਮੇਰੀ ਸਮਝ ਕੇ, ਭੁੱਲ ਸਮਝ ਕੇ ਛੱਡਦੇ ਨਹੀਂ, ਪਰ ਬਚਨ
ਕੁਝ ਗੁਰਮਤ ਅਨੁਸਾਰ ਜਾਣ ਕੇ, ਸਿਧਾਂਤਾਂ ਦੇ ਜਾਣ ਕੇ ਆਪਣੇ ਪੱਲੇ ਬੰਨਣੇ। ਨਾਲ ਬੇਨਤੀ ਹੈ, ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦੇ ਆ, ਪੰਥ ਨੂੰ ਸਮਰਪਿਤ ਹੁੰਦੇ ਆ, ਪੰਥ ਦੀ ਚੜ੍ਹਦੀ ਕਲਾ ਲਈ, ਵਾਧੇ ਲਈ ਅੰਤਰਵਾਦ ਛੱਡ ਕੇ ਅੰਤਰ ਸੰਵਾਦ ਕਰਕੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਿਧਾਂਤ ਬਣਾਈਏ।